Hello students, my name is Manpreet Singh. Today I am going to teach you the topic of shaft coupling, that is shaft coupling. What is shaft coupling? An arrangement used for joining joining two shafts for the purpose of transmission of rotary motion from one shaft to another shaft. As we know that shafts are available up to 7 meter length. Okay, so if we have to increase the length, we used shaft coupling, or sometimes shafts are joined end to end with the help of coupling with the help of coupling as coupling is the temporary arrangement. It can be connected or disconnected as per need. For example, we have seen this coupling in generator and dynamo. Okay, next, what is the requirement of a good shaft coupling? A good shaft coupling should have following requirements. It should be easy to connect or disconnect, as it is connected by nut or bolt fastening fasteners. Okay, it should transmit full power without any loss from one shaft to another shaft. Okay, it should hold the shafts in perfect alignment with the shaft should be straight. It should reduce the transmission of shock loads from one shaft to another. ਜੇ ਆਪਾਂ ਵੱਡੀ ਸ਼ਾਫਟ ਯੂਜ਼ ਕਰਾਂਗੇ ਤਾਂ ਉਹਦੇ ਵਿੱਚ ਕੀ ਆ, ਕਈ ਵਾਰ ਡਿਫਲੈਕਸ਼ਨ ਆ ਜਾਂਦੀ ਆ, ਤਾਂ ਉਸ ਕਰਕੇ ਕੀ ਆ, ਸ਼ੌਕ ਲੋਡਸ ਪ੍ਰੋਡਿਊਸ ਹੁੰਦੇ ਆ ਤੇ ਸ਼ਾਫਟ ਡਿਫਲੈਕਟ ਹੋ ਜਾਂਦੀ ਹੈ, ਤਾਂ ਉਸ ਨਾਲ ਕੀ ਆ, ਸ਼ਾਫਟ ਟੁੱਟ ਵੀ ਸਕਦੀ ਹੈ। ਇਸ ਲਈ ਆਪਾਂ ਸ਼ਾਫਟ ਕਪਲਿੰਗ ਯੂਜ਼ ਕਰਦੇ ਹਾਂ ਜੇ ਆਪਾਂ ਨੂੰ ਵੱਡੀ ਲੈਂਥ ਚਾਹੀਦੀ ਹੁੰਦੀ ਹੈ। ਨੈਕਸਟ ਆ ਗਿਆ ਆਪਣਾ ਟਾਈਪਸ ਆਫ ਸ਼ਾਫਟ ਕਪਲਿੰਗ। देयर आर ओनली two types of two types of shaft coupling. Number one is the rigid coupling, and it is used to connect two shafts which are perfectly aligned. Means this can be used which is perfectly aligned. कोई ਇਹਦੇ ਵਿੱਚ ਮਿਸ ਅਲਾਈਨਮੈਂਟ ਨਹੀਂ ਹੋਣੀ ਚਾਹੀਦੀ, ਇਹ ਪਰਫੈਕਟ ਅਲਾਈਨਡ ਹੋਣੇ ਚਾਹੀਦੇ ਆ। ਇੱਕ ਸਿਰਾ ਦੂਜੇ ਸਿਰੇ ਦੇ ਨਾਲ ਸ਼ਾਫਟ ਦਾ ਜੁੜਨਾ ਚਾਹੀਦਾ, ਉਹਨੂੰ ਆਪਾਂ ਕਹਿੰਦੇ ਆ ਰਿਜਿਡ ਸ਼ਾਫਟ ਕਪਲਿੰਗ। ਇਹਦੀਆਂ ਤਿੰਨ ਟਾਈਪਸ ਨੇ। ਨੰਬਰ 1 ਆ ਗਈ ਸਲੀਵ ਔਰ ਮਫ ਕਪਲਿੰਗ। ਨੰਬਰ 2 ਇਜ਼ ਕਲੈਂਪ ਔਰ ਸਪਲਿਟ ਮਫ ਕਪਲਿੰਗ। ਨੈਕਸਟ ਇਜ਼ ਦੀ ਫਲੈਂਜ ਕਪਲਿੰਗ। ਫਲੈਂਜ ਕਪਲਿੰਗ ਦੇ ਵਿੱਚ ਕਿਹੜੇ टाइप्स हैं, ਇਹਦੇ ਵਿੱਚ ਇੱਕ ਪ੍ਰੋਟੈਕਟਡ ਹੁੰਦੀ ਹੈ, ਇੱਕ ਅਨਪ੍ਰੋਟੈਕਟਡ ਹੁੰਦੀ ਹੈ। ਠੀਕ ਹੈ ਜੀ। ਤੇ ਲਾਸਟ ਇਜ਼ ਦੀ ਸੈਕੰਡ ਟਾਈਪ ਇਜ਼ ਦੀ flexible coupling. It is used to connect two shafts having both lateral and angular misalignment. Means ਕੀ ਹੋ ਸਕਦਾ ਵਾ, ਇੱਕ ਸ਼ਾਫਟ ਜੇ ਇੱਥੇ ਕਨੈਕਟ ਆ ਤਾਂ ਦੂਜਾ ਸਿਰਾ ਇੱਥੇ ਇਸ ਤਰ੍ਹਾਂ ਕਨੈਕਟ ਹੁੰਦੀ ਹੈ, ਇਹਨੂੰ ਕਹਿੰਦੇ ਆ ਫਲੈਕਸੀਬਲ ਕਪਲਿੰਗ। ਇਹ ਵੈਸੇ ਜਿਹੜੀ ਮੈਂ ਕਪਲਿੰਗ ਦੱਸੀ ਹੈ ਓਲਡਹੈਮ ਕਪਲਿੰਗ ਹੈ। ਇਹਦੇ ਵਿੱਚ ਕੀ ਆ, ਜਿਹੜੇ ਦੋਨੋਂ ਫੇਸ ਆ ਇੱਕ ਦੂਜੇ ਦੇ ਬਰਾਬਰ ਨਹੀਂ ਹੁੰਦੇ। ਠੀਕ ਹੈ ਜੀ। ਤੇ ਆਪਣਾ ਜਿਹੜਾ ਪੇਪਰ ਦੇ ਵਿੱਚ ਆਉਣੀ ਆ, ਇੱਕ ਪ੍ਰੋਟੈਕਟਿਡ ਟਾਈਪ ਕਪਲਿੰਗ ਹੋਣੀ ਹੈ, ਇੱਕ ਅਨਪ੍ਰੋਟੈਕਟਿਡ
ਤੇ थर्ड वन इज दी बुश पिन टाइप कपलिंग। ठीक है जी। ਹੁਣ मैं ਤੁਹਾਨੂੰ थोड़े जी अगे होर एक्सप्लेन कर देना कि ये कपलिंग्स होंदियां ਕਿਹੜੀ। ਪਹਿਲਾਂ ਆਪਾਂ ਕਰ ਲੈਂਦੇ ਹਾਂ ਸਲੀਵ ਕਪਲਿੰਗ ਦੀ ਗੱਲ ਕਰ ਲੈਂਦੇ ਹਾਂ। ਇਹਦੇ ਵਿੱਚ ਕੀ ਹੁੰਦਾ, ਇੱਕ ਜਿਵੇਂ ਆਹ ਸ਼ਾਫਟ ਆ ਗਈ, ਇੱਕ ਆਹ ਸ਼ਾਫਟ ਆ ਗਈ, ਇਹਦੇ ਉੱਤੇ ਇੱਕ ਤਰ੍ਹਾਂ ਆਪਾਂ ਇੱਕ ਆ ਸਲੀਵ ਪਾ ਦਿੰਦੇ। ਠੀਕ ਹੈ। ਤੇ ਇਹ ਸਲੀਵ ਨੂੰ ਕੀ ਕਰਦੇ ਆ ਆਪਾਂ ਕੀ ਦੇ ਨਾਲ ਜੋੜ ਦਿੰਦੇ ਹਾਂ। ਕੀ ਦੇ ਨਾਲ ਆਪਾਂ ਇਹਨੂੰ ਫਾਸਟਨ ਕੱਟ ਦਿੰਦੇ ਹਾਂ ਤੇ ਇਹ ਕੀ ਆ ਇੱਕ ਪੂਰੀ ਸ਼ਾਫਟ ਕਪਲਿੰਗ ਬਣ ਜਾਂਦੀ ਹੈ। ਠੀਕ ਹੈ। ਇਹਨੂੰ ਕਹਿ ਦਿੰਦੇ ਆ ਆਪਾਂ ਸਲੀਵ। ਆ ਇਹਦੀ ਸਲੀਵ ਹੁੰਦੀ ਹੈ। ਸਲੀਵ ਕੀ ਨਾਲ ਜੋੜਦੇ ਆ ਆਪਾਂ ਕੀ ਦੇ ਨਾਲ ਜੋੜਦੇ ਹਾਂ ਤੇ ਇਹਨੂੰ ਸਲੀਵ ਜਾਂ ਮਫ ਕਪਲਿੰਗ ਵੀ ਕਹਿੰਦੇ ਆ। ਨੈਕਸਟ ਆ ਗਿਆ ਆਪਣਾ ਜਿਹੜਾ ਨੈਕਸਟ ਟਾਈਪ ਹੈਗੀ ਆ ਉਹ ਹੈਗੀ ਆ ਕੰਪਰੈਸ਼ਨ ਕਪਲਿੰਗ। ਕੰਪਰੈਸ਼ਨ ਦੇ ਵਿੱਚ ਕੀ ਹੁੰਦਾ, ਹੁੰਦੀਆਂ ਤਾਂ ਦੋ ਸ਼ਾਫਟਸ ਜੋੜਨੀਆਂ ਹੀ ਹੈ, ਦੋ ਸ਼ਾਫਟਸ ਨੂੰ ਜੋੜਨਾ, ਪਰ ਇੱਕ ਹਾਫ ਜਿਹੜਾ ਆ ਜਿਹੜੀ ਕੰਪਰੈਸ਼ਨ ਮਫ ਹੁੰਦੀ ਹੈ ਇਹਦੇ ਵਿੱਚ ਦੋ ਪਾਰਟਸ ਦੇ ਵਿੱਚ ਡਿਵਾਈਡ ਹੁੰਦੀ ਹੈ। ਉਹ ਕਿਵੇਂ ਹੁੰਦੀ ਆ ਮੈਂ ਤੁਹਾਨੂੰ ਦਿਖਾ ਦਿੰਦਾ। ਇਹ ਆ ਗਈ ਆਪਣੀ ਉਹਦੀ ਮਫ ਕਪਲਿੰਗ। ਆ ਮਫ ਕਪਲਿੰਗ ਆ ਇਹਦੀ ਸਲੀਵ ਆ ਕੀ ਦੇ ਨਾਲ ਫਾਸਟਨਡ ਕੀਤਾ ਹੋਇਆ, ਆ ਦੋ ਸ਼ਾਫਟਸ ਆ ਸ਼ਾਫਟ 1 ਆ ਸ਼ਾਫਟ 2 ਆ। ਸੈਕਿੰਡ ਦੇ ਵਿੱਚ ਕੀ ਆ ਜਿਹੜੀ ਆਪਣੀ ਕੰਪਰੈਸ਼ਨ ਟਾਈਪ ਕਪਲਿੰਗ ਆ ਉਹਦੇ ਵਿੱਚ ਕੀ ਕੀਤਾ ਹੋਇਆ, ਆ ਇੱਕ ਪਹਿਲੀ ਸ਼ਾਫਟ ਆ ਦੂਸਰੀ ਸ਼ਾਫਟ ਆ ਮਫ ਦਾ ਉੱਪਰਲੀ ਸਾਈਡ ਅਪਰ ਸਾਈਡ। ਠੀਕ ਹੈ ਜੀ। ਇਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੁੰਦੀ ਆ। ਇਹ ਹੁੰਦੀ ਆ ਲੋਅਰ ਸਾਈਡ ਤੇ ਇਹ ਦੋਨਾਂ ਨੂੰ ਕਿਵੇਂ ਜੋੜਿਆ ਹੋਇਆ, ਨਟ ਬੋਲਟ ਅਰੇਂਜਮੈਂਟ ਦੇ ਨਾਲ ਜੋੜਿਆ ਹੁੰਦਾ। ਆ ਸਟੱਡ ਪਾਇਆ ਹੋਇਆ। ਸਟੱਡ ਕੀ ਹੈ, ਨਟ ਤਾਂ ਕੀ ਹੈ ਇੱਕ ਪਾਸੇ ਹੀ ਆਪਾਂ ਬੋਲਟ ਦੇ ਪਿੱਛੇ ਕੀ ਹੈ ਇੱਕ ਪਾਸੇ ਨਟ ਚਾੜ ਸਕਦੇ ਹਾਂ, ਪਰ ਸਟੱਡ ਕੀ ਹੁੰਦਾ ਦੋਨੋਂ ਪਾਸੇ ਥ੍ਰੈਡ ਹੁੰਦੇ ਆ ਤੇ ਦੋਨੋਂ ਪਾਸੇ ਨਟ ਲਾ ਕੇ ਆਪਾਂ ਉਹਨੂੰ ਕੰਪਰੈਸ਼ਨ ਕਪਲਿੰਗ ਦੇ ਵਿੱਚ ਟਾਈਟ ਕਰ ਸਕਦੇ ਹਾਂ ਤੇ ਸ਼ਾਫਟਸ ਨੂੰ ਹੋਲਡ ਕਰ ਸਕਦੇ। ਠੀਕ ਹੈ ਜੀ। ਨੈਕਸਟ ਆ ਗਿਆ ਆਪਣਾ ਫਲੈਂਜ ਕਪਲਿੰਗ। ਫਲੈਂਜ ਕਪਲਿੰਗ ਮੈਂ ਤੁਹਾਨੂੰ ਦੱਸਿਆ ਕਿ ਦੋ ਤਰ੍ਹਾਂ ਦੀ ਹੈਗੀ ਹੈ, ਇੱਕ ਤਾਂ ਪ੍ਰੋਟੈਕਟਿਡ ਟਾਈਪ ਫਲੈਂਜ ਕਪਲਿੰਗ, ਦੂਸਰੀ ਹੈਗੀ ਆ ਅਨਪ੍ਰੋਟੈਕਟਿਡ ਟਾਈਪ। ਹੁਣ ਪ੍ਰੋਟੈਕਟਿਡ ਤੇ ਅਨਪ੍ਰੋਟੈਕਟਿਡ 'ਚ ਇੱਕ ਜਸਟ ਥੋੜਾ ਜਿਹਾ ਡਿਫਰੈਂਸ ਹੈ, ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ। ਆ ਜਿਵੇਂ ਪ੍ਰੋਟੈਕਟਿਡ ਹੈ, ਆ ਕਪਲਿੰਗ ਆ ਸ਼ਾਫਟ ਆ ਤੇ ਆ ਸ਼ਾਫਟ ਆ, ਇਹਦੇ ਵਿੱਚ ਇੱਥੇ ਆ ਨਟ ਬੋਲਟ ਨਾਲ ਆਪਾਂ ਕੀ ਕਰ ਦਿੰਦੇ ਆ, ਇੱਧਰ ਆ ਨਟ ਲਾਤਾ ਤੇ ਇੱਧਰ ਆਪਾਂ ਬੋਲਟ ਲਾਤਾ ਤੇ ਇਹ ਕਪਲਿੰਗ ਨੂੰ ਜੋੜ ਦਿੰਦੇ ਆ। ਇਹ ਹੈਗੀ ਆ ਪ੍ਰੋਟੈਕਟਿਡ ਟਾਈਪ। ਠੀਕ ਹੈ ਜੀ। ਇਹ ਪ੍ਰੋਟੈਕਟਿਡ ਟਾਈਪ ਕਪਲਿੰਗ। ਤੇ ਅਨਪ੍ਰੋਟੈਕਟਿਡ ਦੇ ਵਿੱਚ ਕੀ ਹੁੰਦਾ, ਆ ਪ੍ਰੋਟੈਕਟਿਡ ਟਾਈਪ ਫਲੈਂਜ ਕਪਲਿੰਗ ਆ ਦੇਖੋ ਆ ਸ਼ਾਫਟ ਆ ਆਪਣੀ। ਠੀਕ ਹੈ ਜੀ। ਆ ਆਊਟਸਾਈਡ ਡਾਇਆ ਆਫ ਦੀ ਫਲੈਂਜ, ਆਊਟਸਾਈਡ ਡਾਇਆ ਆ ਹੱਬ ਕਹਿੰਦੇ ਆ ਆਪਾਂ ਇਹਨੂੰ, ਆਊਟਸਾਈਡ ਡਾਇਆ ਆਫ ਦੀ ਹੱਬ। ਆ ਥਿਕਨੈਸ ਆਫ ਫਲੈਂਜ। ਠੀਕ ਹੈ। ਜਿਹੜੀ ਆ ਦਿੱਤੀ ਹੋਈ ਹੈ ਥੱਲੇ ਲੈਂਥ, ਇਹਨੂੰ ਕਹਿੰਦੇ ਆ ਲੈਂਥ ਆਫ ਹੱਬ, ਜਿਹੜੀ ਕੀ ਆ ਇੱਥੇ ਤੋਂ ਲੈ ਕੇ ਸੈਂਟਰ ਦੇ ਵਿੱਚ ਸੈਂਟਰ ਤੱਕ ਹੁੰਦੀ ਹੈ। ਠੀਕ ਹੈ ਜੀ। ਆ ਡਾਇਆ ਆਫ ਸ਼ਾਫਟ ਡੀ ਤੇ ਆ ਡਾਇਆ ਆਫ ਹੱਬ ਆ ਡਾਇਆ ਆਫ ਆਪਣੀ PCD ਸਰਕਲ ਜਿਹਦੇ ਆਪਾਂ ਨਟ ਬੋਲਟ ਲਾਉਂਦੇ ਆ, ਜਿਹਨੂੰ ਆਪਾਂ ਪਿਚ ਸਰਕਲ ਡਾਇਆ ਵੀ ਕਹਿ ਦਿੰਦੇ ਆ, ਪਿਚ ਸਰਕਲ ਡਾਇਆ। ਠੀਕ ਹੈ ਜੀ। ਨੈਕਸਟ ਆ ਗਿਆ ਆਪਣਾ ਜਿਹੜਾ ਲਾਸਟ ਵਾਲਾ ਡਾਇਆ ਉਹਨੂੰ ਕਹਿੰਦੇ ਆ ਆਊਟਸਾਈਡ ਡਾਇਆ। ਤੇ ਇਹਦੇ ਵਿੱਚ ਆ ਕੀ ਲੱਗੀ ਹੋਈ ਹੈ, ਆ ਕੀ ਲੱਗੀ ਹੋਈ ਹੈ। ਠੀਕ ਹੈ। ਆ ਕੀਜ਼ ਹੈ ਤੇ ਇਹਦੇ ਵਿੱਚ ਆ ਥੋੜੀ ਜਿਹੀ ਆਪਾਂ ਕੀ ਲਈ ਥੋੜੀ ਜਿਹੀ ਮਤਲਬ ਪ੍ਰੋਜੈਕਸ਼ਨ ਹੁੰਦੀ ਹੈ, ਮੈਂ ਬਾਅਦ ਚ ਐਕਸਪਲੇਨ ਕਰਦਾ ਇਹ ਤੁਹਾਨੂੰ। ਨੈਕਸਟ ਆ ਗਿਆ ਆਪਣਾ ਅਨਪ੍ਰੋਟੈਕਟਿਡ ਟਾਈਪ ਕਪਲਿੰਗ। ਅਨਪ੍ਰੋਟੈਕਟਿਡ ਟਾਈਪ ਕਪਲਿੰਗ ਦੇ ਵਿੱਚ ਕੀ ਹੈ, ਥੋੜੇ ਜਿਹੇ ਫਾਰਮੂਲੇ ਆ। ਇਨ ਅਨਪ੍ਰੋਟੈਕਟਿਡ ਟਾਈਪ ਕਪਲਿੰਗ each shaft is keyed to the boss of flange with the countersunk key and flanges are coupled together by means of bolt. Generally 3, 4 or 6 bolts are used. These are staggered at right angle, means at
90 डिग्री ते होने चाहिए along the circumference of the shaft in order to dividing the weakening in order to dividing the weakening effect by keyways। ठीक है जी, ये अपने जिमें आ डाया आउटसाइड डाया आ लेंथ ऑफ हब विद सर्कल डाया आउटसाइड डाया फ्लैंज डाया। जे तो अपनी 40 mm तक शाफ्ट की लेंथ हैगी आ तो आप जड़े मैक्सिमम बोल्ट यूज कर सकते हैं 3। जे अपनी 100 तो 40 तो 100 के विच तो आप 4 बोल्ट यूज कर सकते हैं। जे अपनी 100 या 180 तो अबव आ तो आप की है 6 बोल्ट यूज कर सकते हैं। ये थोनों क्वेश्चन दे विच गिवन होगा कि डाया ऑफ शाफ्ट दिता होगा थोनों ते बाकी फॉर्मूले तुसी सारे याद करने हैं। ठीक है जी, डाया ऑफ शाफ्ट दे नाल ही थोड़ी की दी लेंथ की दी विड्थ ते थिकनेस निकलनी है ते सारे जड़े जिन्ने भी आ लेंथ ऑफ हब आउटसाइड डाया ऑफ हब विद सर्कल डाया आउटसाइड डाया ऑफ फ्लैंज थिकनेस ऑफ फ्लैंज है, ये सारा की है एक चीज़ दे नाल रिलेटेड है, वो की है डाया ऑफ शाफ्ट। ठीक है, क्योंकि जी थोड़ी ड्राइंग है वो सारी फॉर्मूला बेस्ड ड्राइंग है तो इसलिए ये थोनों जो फॉर्मूले याद करने ही पैने। नैक्सट आ गया अपना प्रोटैक्टिड टाइप कपलिंग। हुण देखो अनप्रोटैक्टिड ते प्रोटैक्टिड टाइप कपलिंग दे विच फर्क की है, ये विच आ प्रोजैक्शन आई हुई है थोड़ी जी। प्रोजैक्शन किहदे उत्ते आई हुई है, बोल्ट्स नट बोल्ट दे उत्ते आई हुई है जिहड़े की है वर्कर नूं सेफ्टी प्रोवाइड करते हैं, ना ही वह हथ फसदा ते ना ही कपड़े फसन का चांस हुंदा। ठीक है जी, ये की है जिहड़ी सेफ्टी प्रोजैक्शन दे प्रोजैक्शन दी होंगी है, इनू प्रोटैक्टिड टाइप कह दें। तो अनप्रोटैक्टिड च की है आ देखो ये भी मैं थोड़ा दिखा देना आ प्रोटैक्टिड टाइप है, ये प्रोजैक्शन आई हुई है नट बोल्ट के उत्ते। ठीक है, ये करना की होंगे सिंपल ही है, जस्ट पहला की है एक डाया दिता होगा थोनों डाया ऑफ शाफ्ट। ठीक है, डाया ऑफ शाफ्ट गिवन होगा या हो सकता थोनों फिगर आ जाए डिसअसैंबल की फिगर आ जाए तो तुसी उन्होंने असैंबल करना वा। ठीक है, उन्होंने असैंबल दे विच करके उहदे फ्रंट व्यू टॉप व्यू या सैक्शन व्यू जो भी थोनों क्वेश्चन के अकॉर्डिंग दिता होगा उस तरह तुसी उसनू ड्रॉ करना। ठीक है, नैक्सट एक मैं थोनों फॉर्मूले सीधे ही दिखा देना ये किवें है। ये मैं एक एक्सल शीट बनाई है, ये की है डाया ऑफ शाफ्ट जिमें मैं 40 डाया आ गया मैनू तो मैं ये की करूँगा एक 40 एंटर वैल्यू की थी, बाकी सारा कुछ आपे ही कैलकुलेट हो गया। आ देखो आ सारा कुछ आपे कैलकुलेट हो गया। डाया ऑफ शाफ्ट मैं सिर्फ एक डाया ऑफ शाफ्ट की वैल्यू एंटर की थी, बाकी की है 77 आउटसाइड डाया ऑफ हब PCD विद सर्कल डाया 123 आ गया, आउटसाइड डाया ऑफ फ्लैंज 179 आ गया, थिकनेस ऑफ फ्लैंज 16.2 आ गई, लेंथ ऑफ हब 55 आ गई, विड्थ ऑफ की 90 आ गई। ठीक है, थिकनेस ऑफ की 22.4 आ गई। वो आ थोनों फॉर्मूले दिते हुए हैं जिमें डाया ऑफ शाफ्ट उस तो बाद डाया ऑफ हब का की फॉर्मूला आउटसाइड डाया ऑफ हब का की फॉर्मूला 1.8 मल्टीप्लाई बाय 40 जो भी वैल्यू डाया ऑफ शाफ्ट की दी होगी उन्होंने मल्टीप्लाई करके प्लस 5 mm प्लस कर देना। जे PCD आ गया 2.2 मल्टीप्लाई बाय डी मीनस डाया ऑफ शाफ्ट प्लस 35 mm। उस तो बाद आउटसाइड डाया ऑफ फ्लैंज that is 2.6 D plus 75 mm। जिमें थिकनेस ऑफ फ्लैंज कड़ी सी आ थिकनेस ऑफ फ्लैंज सी। ठीक है, जिमें इस तरह से ना अपना तो आ अपनी थिकनेस ऑफ फ्लैंज आ सी जी उपर बनी हुई है। ये की है 0.33 मल्टीप्लाई बाय डाया ऑफ शाफ्ट प्लस 3 mm। नेक्स्ट लेंथ ऑफ हब इज 1.3
multiply by dia of shaft plus 3 mm and width of key 2.25 multiply by dia of shaft, thickness of the key 0.56 multiply by d। आ देखो आ सारा कुछ आया होया है। जे मैं इत्थे जिवें ही वैल्यू मैं होर चेंज कर देना तो मेरे को की है दूसरी वैल्यू आ जाएगी। जिवें हुण आपां इत्थे वैल्यू मैं रख देना 80 तो मेरे को वैल्यूज सारियां चेंज हो गई। ठीक है, हुण नैक्सट एक आपां देखते हैं, तुहानूं आ करके दिखा देना। फर्स्ट ऑफ ऑल तुसीं करना की है इहदे विच, ਇਹਦੇ ਵਿੱਚ ਕੀ ਕਰਨਾ, ਤੁਸੀਂ ਪਹਿਲਾਂ ਡਾਇਆ ਆਫ ਸ਼ਾਫਟ ਨੂੰ ਡਰਾ ਕਰ ਲੈਣਾ। ਜਿਵੇਂ ਡਾਇਆ ਆਫ ਸ਼ਾਫਟ ਤੁਹਾਨੂੰ ਆ ਗਿਆ 40, ਤੁਸੀਂ 40 ਦਾ ਸਰਕਲ ਲਗਾਉਣਾ। ਆ 40 ਦਾ ਸਰਕਲ ਲੱਗ ਗਿਆ। ਉਹ ਤੋਂ ਬਾਅਦ ਅਕੋਰਡਿੰਗ ਟੂ ਫਾਰਮੂਲਾ ਜਿੰਨੇ ਵੀ ਜਿਵੇਂ ਵੀ ਆ ਤੁਹਾਡੇ ਕੋਲ ਆ ਗਿਆ ਉਹਨੇ ਦਾ ਸਰਕਲ ਕੰਸੈਂਟਰਿਕ ਸਰਕਲਸ ਲਗਾ ਲੈਣੇ ਆ। ਸੈਂਟਰ ਸੇਮ ਹੋਵੇ ਤੇ ਜਿਹੜੇ ਡਾਇਜ਼ ਆ ਉਹ ਅਲੱਗ-ਅਲੱਗ ਹੋਣੇ ਚਾਹੀਦੇ ਆ ਜੋ ਵੀ ਇਹਦੇ ਅਕੋਰਡਿੰਗ ਦਿੱਤੇ ਹੋਏ ਨੇ। ठीक है, नैक्सट की करना वा तुसीं जो भी अपने आ सर्कल पूरे बन गए तो उस तो बाद की करना वा, स्केल आ गया मेरे को, मैं की कीता, मैं इनू प्रोजैक्शनस ले लैने। देखो मैं हुण इत्थे प्रोजैक्शनस ले लेना अड अड कलर ना। आ मेरे को आ गई डाया ऑफ शाफ्ट, डाया ऑफ आउटसाइड डाया ऑफ फ्लैंज। आ PCD आ गया, इनू मैं होर कलर ना ले लेना। हेलो आ PCD का सर्कल आ गया मेरे को। ठीक है जी, नैक्सट मेरे को आ गया डाया ऑफ हब, इनू मैं होर कलर ना ले लेना कि थोड़ा ईजी रहे। डाया ऑफ हब, ठीक है। सिमिलरली आ मेरे को आ गया डाया ऑफ शाफ्ट, डाया ऑफ शाफ्ट आ गई। ठीक है, सिमिलरली ऊपरला अपना रेडी हो गया, नीचेला कर लो, सेम ले लेने हैं, कलर सेम कर लेने हैं, डाया ऑफ शाफ्ट, ओके, डाया ऑफ हब, दिस इज द डाया ऑफ हब, ओके, एंड दिस इज अगेन PCD। देखो ये जदों घूम के उत्ते चले जाना तो यदा सेंटर एक सेंटर सेम करना तुसी PCD का, बाकी तो सेम ही है, कोई गल नहीं। एंड लास्ट वन इज दी डाया ऑफ आउटसाइड फ्लैंज। इतने आप स्केल ला के ड्रॉ कर लेंगे। थोड़ा जा डिफिकल्ट तो लग रहा है पर ठीक है। ठीक है, वो तो बाद की करना, आप कीज दी डिमेंशन ड्रॉ कर ली। हेलो आ कीज दी आप कीज दी इतों कर लेने, मैं आ कीज दी प्रोजैक्शन ले लैनी है। एक बार की भी उत्थे बना देनी है तो की दी प्रोजैक्शन ले लैनी। ठीक है, आ देखो आ की दी इतों प्रोजैक्शन ले लैनी है। ठीक है, विड्थ आ गई। ठीक है जी, अब बाकी सारा कुछ जस्ट तुसी सिंपल की करना है, पहला सारे सर्कल जिमें भी जो भी डाया दिता वा ਉਹਦੇ अकॉर्डिंग कैलकुलेशनस करके सर्कल्स ड्रॉ कर लेने, उस तो बाद प्रोजैक्शनस ले लैनी है। फिर जस्ट एक सिंपल लाइन लगानी है इत्थे सेंटर ते, सेंटर तो जिन्ने भी एक लेंथ ऑफ हब ड्रॉ कर लेनी है। आ लेंथ ऑफ हब है, इनू भी मैं थोड़ा दस देना। ठीक है जी, लेंथ ऑफ हब कोई नहीं, मेरे को इनू तुसी ड्रॉ कर लियो क्योंकि मेरे को एंगल चेंज नहीं हो रहा स्केल का। ठीक है, उस तो बाद नट बोल्ट
ਨਟ ਬੋਲਟ ਦਾ ਮੈਂ ਇੱਕ ਲੈਕਚਰ ਲਵਾਂਗਾ, ਉਹਦੇ ਵਿੱਚ ਤੁਹਾਨੂੰ ਸਾਰੀ ਨਟ ਐਂਡ ਬੋਲਟ ਦੀ ਡਰਾਇੰਗ ਤੇ ਨਟ ਬੋਲਟ ਡਰਾ ਕਰਨਾ ਸਿਖਾ ਦਾਂਗੇ। ਜਸਟ ਪਹਿਲਾਂ ਤੁਸੀਂ ਕੀ ਕਰਨਾ ਵਾ, ਆ ਸਾਰਾ ਪ੍ਰੋਜੈਕਸ਼ਨ ਇੰਨਾ ਚੀਜ਼ ਬਣਾ ਕੇ ਦੇਖ ਲਿਓ। ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਪੁੱਛ ਲਿਓ, ਮੇਰਾ ਨੰਬਰ ਤਾਂ ਹੈਗਾ ਹੀ ਹੈ ਆਟੋਮੋਬਾਈਲ ਬ੍ਰਾਂਚ ਕੋਲ। ਓਕੇ, ਤਾਂ ਇੰਨਾ ਕੇ ਕੰਮ ਤੁਸੀਂ ਕਰਨਾ ਹੈ। ਆਪਣੀ ਇਹਨੂੰ ਡਰਾਇੰਗ ਸ਼ੀਟ ਤੇ ਹਲੇ ਪ੍ਰੋਟੈਕਟਿਡ ਟਾਈਪ ਹੀ ਬਣਾਇਓ। ਨੈਕਸਟ ਟਾਈਮ ਆਪਾਂ ਅਨਪ੍ਰੋਟੈਕਟਿਡ ਟਾਈਪ ਪਲੱਸ ਤੁਹਾਨੂੰ ਮੈਂ ਨਟ ਬੋਲਟ ਦੀ ਡਰਾ ਕਰਨੀ ਸਿਖਾ ਦੂੰਗਾ। ਓਕੇ, ਥੈਂਕ ਯੂ, ਹੈਵ ਅ ਨਾਈਸ ਡੇ।